भाग दूसरा। तन मन गुर पै विचया, मन दिया सिर नाल। त्रिभवन खोज ढंडोलिया, गुरमुख खोज निहाल। सतगुर मेल मिलाया, नानक सो प्रभ नाल। पुस्तक सिमरन महिमा की तीसरी एडिशन 1956 वेले ਇਹ ਛਾਪਿਆ ਗਿਆ ਸੀ कि अनंत दी यात्रा ਦਾ ਲੇਖ ਪਹਿਲੋਂ 1952 ਵਿੱਚ ਲਿਖਿਆ ਗਿਆ ਸੀ। ਇਸ ਬਾਰੇ ਕਈ ਚਿੱਠੀਆਂ ਆਉਂਦੀਆਂ ਰਹੀਆਂ ਤੇ ਮੇਰੇ ਕੋਲੋਂ ਲਗਾਤਾਰ ਇਹ ਗੱਲ ਪੁੱਛੀ ਜਾਂਦੀ ਰਹੀ ਕਿ ਅਨੰਤ ਯਾਤਰਾ ਵਿੱਚ ਬਿਆਨ ਕੀਤੇ ਮੇਰੇ ਸਿਮਰਨ ਅਭਿਆਸ ਦੇ ਤਜਰਬਿਆਂ ਵਿੱਚ ਇੰਨੇ ਸਮੇਂ ਵਿੱਚ ਕੀ ਤਰੱਕੀ ਹੋਈ ਹੈ। ਤੇ ਇਸ ਵੇਲੇ ਜਿਸ ਵੇਲੇ ਮੈਂ ਇਹ ਬਿਆਨ ਕਰ ਰਿਹਾ ਸਨ 1967 ਵਿੱਚ ਮੇਰਾ ਸਿਮਰਨ ਅਭਿਆਸ ਅੱਗੇ ਕਿੱਥੋਂ ਤੱਕ ਪਹੁੰਚਿਆ। ਸੋ ਐਸਾ ਪੁੱਛਣ ਵਾਲੇ ਗੁਰਮੁਖਾਂ ਦੇ ਜਵਾਬ ਵਿੱਚ ਮੈਂ ਅੱਜ ਆਪ ਜੀ ਦੇ ਸਨਮੁਖ ਕੁਝ ਹੋਰ ਬਿਆਨ ਕਰਨ ਲੱਗਾ। ਆਪਣੇ ਵਾਹਿਗੁਰੂ ਜੀ ਤੱਕ ਪਹੁੰਚਣ ਵਿੱਚ ਹੁਣ ਮੈਨੂੰ ਕੋਈ ਸਮਾਂ ਨਹੀਂ ਲੱਗਦਾ। ਅੱਖਾਂ ਮੀਟਦਿਆਂ ਮੇਰੀ ਸੁਰਤ ਆਪਣੇ ਧੁਰ ਕੇਂਦਰ, ਆਪਣੇ ਮਰਕਜ਼, ਆਪਣੇ ਆਪੇ, ਆਪਣੇ ਮੂਲ ਜਾਂ ਆਪਣੇ ਸ੍ਰੀ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਖਲੋਂਦੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਮੇਰੇ ਤੇ ਉਸ ਦੇ ਵਿਚਕਾਰ ਜਿਹੜੇ ਭਰਮ ਜਾਂ ਮਾਇਆ ਦੇ ਪਰਦੇ ਸਨ ਉਹਨਾਂ ਨੂੰ ਉਸਨੇ ਕਿਰਪਾ ਕਰਕੇ ਆਪ ਹੀ ਦੂਰ ਕਰ ਦਿੱਤਾ ਹੈ ਅਤੇ ਮੇਰੇ ਅੱਖਾਂ ਮੀਟਦਿਆਂ ਹੀ ਸਭ ਤੋਂ ਪਹਿਲਾ ਦ੍ਰਿਸ਼ ਜਾਂ ਤਜਰਬਾ ਮੇਰੇ ਵਾਹਿਗੁਰੂ ਜੀ ਆਪ ਹੀ ਹੁੰਦੇ ਨੇ। ਇਹ ਸਭ ਕੁਝ ਮੇਰੀ ਸੁਰਤੀ ਜਾਂ ਮੇਰੇ ਅਨੁਭਵ ਵਿੱਚ ਮੈਨੂੰ ਦਿਸਦਾ ਹੈ। ਇਸ ਵਿੱਚ ਮੇਰੀ ਆਪਣੀ ਕੋਈ ਕਲਪਨਾ ਬਿਲਕੁਲ ਨਹੀਂ ਹੁੰਦੀ। ਸਗੋਂ ਐਸਾ ਤੇ ਉਸ ਵਕਤ ਹੁੰਦਾ ਹੈ ਜਦੋਂ ਮੇਰੇ ਵਿੱਚੋਂ ਮੇਰੀ ਹਉਮੈ ਪੂਰੀ ਤਰ੍ਹਾਂ ਨਿਕਲ ਗਈ ਹੋਵੇ। ਜਿੱਥੇ ਹਉਮੈ ਹੀ ਨਾ ਹੋਵੇ ਉੱਥੇ ਕੋਈ ਕਲਪਨਾ ਕੌਣ ਤੇ ਕਿਵੇਂ ਕਰੇਗਾ। ਸਿਮਰਨ ਅਭਿਆਸ ਵਿੱਚ ਆਪਣੀ ਹਉਮੈ ਨੂੰ ਦੂਰ ਕਰ ਸਕਣਾ ਜਾਂ ਆਪਣੇ ਆਪ ਵਿੱਚੋਂ ਕੱਢ ਸਕਣਾ ਮੈਨੂੰ ਨਾਮ ਜਪਦਿਆਂ ਹੋਇਆਂ ਆਪੇ ਹੀ ਆ ਗਿਆ ਹੈ। ਮੈਂ ਇਸ ਤਰੀਕੇ ਨੂੰ ਸਮਝਦਾ ਤੇ ਹਾਂ, ਪਰ ਮੈਨੂੰ ਬਿਆਨ ਕਰਨਾ, ਵਰਣਨ ਕਰਨਾ ਬੜਾ ਔਖਾ ਲੱਗਦਾ ਹੈ। ਫਿਰ ਵੀ ਮੈਂ ਕੋਸ਼ਿਸ਼ ਕਰਦਾ ਕਿਉਂਕਿ ਸਿਮਰਨ ਅਭਿਆਸੀ ਮੇਰੇ ਕੋਲੋਂ ਇਸ ਬਾਰੇ ਖਾਸ ਕਰਕੇ ਪੁੱਛਦੇ ਰਹਿੰਦੇ ਨੇ। ਪਹਿਲੋਂ ਮੈਂ ਸਿਮਰਨ ਕਰਨ ਵੇਲੇ ਆਪਣੀ ਸੁਰਤੀ ਵਿੱਚੋਂ ਸਰੀਰ ਦਾ ਖਿਆਲ ਕੱਢ ਦਿੰਦਾ ਹੁੰਦਾ ਸਾਂ ਅਤੇ ਸਿਮਰਨ ਜਾਰੀ ਰੱਖਦਾ ਸਾਂ। ਇਸ ਤਰ੍ਹਾਂ ਕਰਨ ਨਾਲ ਅਭਿਆਸ ਵਿੱਚ ਸਰੀਰ ਦਾ ਖਿਆਲ ਉੱਕਾ ਹੀ ਅਲੋਪ ਹੋ ਜਾਂਦਾ ਸੀ ਤੇ ਮੇਰਾ ਅਭਿਆਸ ਕਾਇਮ ਰਹਿੰਦਾ ਸੀ। ਫਿਰ ਮੈਂ ਅਭਿਆਸ ਦੇ ਅੰਦਰ ਹੀ ਖਿਆਲ ਨੂੰ ਸੁਰਤੀ ਵਿੱਚੋਂ ਕੱਢ ਕੇ ਸਿਮਰਨ ਜਾਰੀ ਰੱਖਣ ਦਾ ਅਭਿਆਸ ਕਰਨ ਲੱਗ ਪਿਆ। ਇਸ ਨਾਲ ਕੁਝ ਦੇਰ ਦੇ ਅਭਿਆਸ ਮਗਰੋਂ ਹੀ ਮੇਰੀ ਸੁਰਤ ਮਨ ਅਤੇ ਮਨ ਦੇ ਫੁਰਨਿਆਂ ਤੋਂ ਖਾਲੀ ਹੋ ਕੇ ਸਿਮਰਨ ਕਰਨ ਲੱਗ ਪਈ। ਜਿਉਂ-ਜਿਉਂ ਮੈਂ ਮਨ ਨੂੰ ਸੁਰਤ ਵਿੱਚੋਂ ਕੱਢ ਕੇ ਸਿਮਰਨ ਕਰਨ ਦੀ ਆਦਤ ਪਾਉਂਦਾ ਗਿਆ, ਉਵੇਂ-ਉਵੇਂ ਸਿਮਰਨ ਅਭਿਆਸ ਵੇਲੇ ਜਗਤ ਰਚਨਾ ਬਿਲਕੁਲ ਅਲੋਪ ਹੋ ਜਾਂਦੀ ਸੀ। ਫਿਰ ਮੈਨੂੰ ਅੰਦਰੋਂ ਹੀ ਇਹ ਸਮਝਾਇਆ ਗਿਆ ਕਿ ਜਗਤ ਦੀ ਰਚਨਾ ਦਾ ਸੰਬੰਧ ਤਾਂ ਕੇਵਲ ਮਨ ਨਾਲ ਹੀ ਹੈ। ਜਦੋਂ ਤੱਕ ਮਨ ਕਾਇਮ ਰਹੇ ਜਗਤ ਦੀ ਰਚਨਾ ਵੀ ਮੇਰੇ ਅੰਦਰ ਰਹੇਗੀ, ਪਰ ਜਦੋਂ ਮੇਰੀ ਸੁਰਤੀ ਵਿੱਚੋਂ ਮਨ ਨੂੰ ਜਾਂ ਹਉਮੈ ਨੂੰ ਹੀ ਕੱਢ ਦਿੱਤਾ ਜਾਏ ਜਾਂ ਇਲੀਮੀਨੇਟ ਕਰ ਦਿੱਤਾ ਜਾਏ ਤਾਂ ਦੇਸ਼, ਕਾਲ, ਕਾਰਨ ਅਤੇ ਸਮੁੱਚੀ ਜਗਤ ਰਚਨਾ ਵੀ ਮਨ ਦੇ ਨਾਲ ਹੀ ਅਲੋਪ ਹੋ ਜਾਵੇਗੀ। ਦੇਸ਼, ਕਾਲ, ਕਾਰਨ ਭਾਵ ਸਪੇਸ, ਟਾਈਮ ਐਂਡ ਕਾਜ਼ੇਸ਼ਨ ਸਿਰਫ ਮਨ ਦੇ ਕਰਕੇ ਹੀ ਹੁੰਦੇ ਨੇ। ਜੇ ਮਨ ਹੀ ਨਾ ਰਹੇ ਤਾਂ ਇਹ ਵੀ ਨਹੀਂ ਰਹਿੰਦੇ। ਵਾਹਿਗੁਰੂ ਜੀ ਵੱਲੋਂ ਸਿਮਰਨ ਦੀ ਇਸ ਅਵਸਥਾ ਦੀ ਆਦਤ ਮੈਨੂੰ ਪਾਈ ਗਈ
ਤੇ ਇਸ ਆਦਤ ਦੇ ਪਾਉਣ ਵਾਸਤੇ ਯੋਗ ਵਾਤਾਵਰਣ ਤੇ ਸਹੂਲਤਾਂ ਵੀ ਵਾਹਿਗੁਰੂ ਜੀ ਨੇ ਆਪ ਹੀ ਮੈਨੂੰ ਬਖਸ਼ੀਆਂ। ਇਸ ਅਵਸਥਾ ਵਿੱਚ ਮਨ ਅਤੇ ਜਗਤ ਦੀ ਰਚਨਾ ਬਿਲਕੁਲ ਅਲੋਪ ਹੋ ਜਾਂਦੇ ਨੇ ਤੇ ਮੈਂ ਸੁਰਤੀ ਰੂਪ ਬਣ ਕੇ ਆਪਣੇ ਆਪੇ ਵਿੱਚ ਝੁੱਬੀ ਲਗਾਉਣਾ ਤੇ ਬਿਲਕੁਲ ਆਪਣਾ ਆਪਾ ਹੀ ਬਣ ਜਾਣਾ। ਇੱਥੇ ਮੇਰੇ ਆਪਣੇ ਆਪੇ ਤੋਂ ਬਗੈਰ ਹੋਰ ਕੁਝ ਰਹਿ ਹੀ ਨਹੀਂ ਸੀ ਜਾਂਦਾ। ਆਪਣੇ ਆਪੇ ਵਿੱਚ ਅਭੇਦ ਹੋਇਆਂ ਮੇਰੀ ਸੁਰਤੀ ਨੂੰ ਸਿਰਫ ਹਲਕੀ ਜਿਹੀ ਯਾਦ ਰਹਿ ਜਾਂਦੀ ਸੀ ਕਿ ਮੇਰਾ ਇੱਕ ਮਨ ਹੁੰਦਾ ਸੀ ਤੇ ਉਸ ਮਨ ਵਿੱਚ ਮੇਰਾ ਇੱਕ ਜਗਤ ਸੀ ਤੇ ਉਸ ਜਗਤ ਵਿੱਚ ਮੇਰਾ ਇੱਕ ਸਰੀਰ ਸੀ ਤੇ ਉਸ ਮਨ ਅਤੇ ਸਰੀਰ ਨਾਲ ਸੰਬੰਧਿਤ ਕੁਝ ਯਾਦਾਂ ਸਨ। ਸਿਮਰਨ ਅਭਿਆਸ ਦੀ ਇਸ ਅਵਸਥਾ ਅਤੇ ਹੋਰ ਕਈ ਤਜਰਬੇ ਜਿਨ੍ਹਾਂ ਦਾ ਜ਼ਿਕਰ ਇਸ ਵੇਲੇ ਮੈਂ ਕਰਨ ਦਾ ਯਤਨ ਕਰਾਂਗਾ, ਉਹਨਾਂ ਦੇ ਵਾਸਤੇ ਬੜੇ ਇਕਾਂਤ ਤੇ ਖਾਮੋਸ਼ ਵਾਤਾਵਰਣ ਦੀ ਲੋੜ ਸੀ। ਇਸ ਕਰਕੇ ਸ੍ਰੀ ਵਾਹਿਗੁਰੂ ਜੀ ਨੇ ਕਈ ਸਿੱਖ ਪਰਿਵਾਰਾਂ ਦੀਆਂ ਦਰਦਨਾਕ ਝਾਕੀਆਂ ਮੇਰੇ ਸਾਹਮਣੇ ਲਿਆ ਕੇ ਮੇਰੇ ਦਿਲ ਵਿੱਚ ਇਹ ਖਿਆਲ ਪੈਦਾ ਕੀਤਾ ਕਿ ਕਿਸੇ ਪਹਾੜ ਤੇ ਇੱਕ ਸਿੱਖ ਕਾਨਵੈਂਟ ਦਾ ਹੋਣਾ ਜ਼ਰੂਰੀ ਹੈ। ਇਸ ਲਈ ਮੇਰੇ ਕੋਲੋਂ 1955 ਦੇ ਸ਼ੁਰੂ ਵਿੱਚ ਆਤਮ ਸਾਇੰਸ ਰਸਾਲੇ ਵਿੱਚ ਇੱਕ ਜੀਵਨ ਸਰਪ੍ਰਸਤੀ ਦੀ ਇੱਕ ਸਕੀਮ ਲਿਖਵਾਈ ਗਈ। ਭਾਵ ਲਾਈਫ ਮੈਂਬਰਸ਼ਿਪ ਦੀ ਸਕੀਮ ਦਾ ਖਿਆਲ ਮੈਨੂੰ ਸਿਮਰਨ ਅਭਿਆਸ ਵਿੱਚ ਹੀ ਬਖਸ਼ਿਆ ਗਿਆ। 1955 ਵਿੱਚ ਹੀ ਆਤਮ ਸਾਇੰਸ ਟਰਸਟ ਕਲਕੱਤੇ ਵਿੱਚ ਵਾਹਿਗੁਰੂ ਜੀ ਨੇ ਆਪ ਕਾਇਮ ਕਰਵਾਇਆ ਤੇ ਇਸੇ ਸਾਲ ਦੇ ਅਖੀਰ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦੁਆਰਾ ਮੈਨੂੰ ਦਿਲ ਦੀ ਬਿਮਾਰੀ ਬਖਸ਼ੀ ਗਈ। ਦਿਲ ਦੀ ਬਿਮਾਰੀ ਜਿਸ ਨੂੰ ਡਾਕਟਰ ਅੰਗਰੇਜ਼ੀ ਵਿੱਚ ਕੋਰੋਨਰੀ ਥ੍ਰੋਮਬੋਸਿਸ ਆਫ ਹਾਰਟ ਆਖਦੇ ਨੇ, ਜਿਸ ਕਰਕੇ ਮੈਨੂੰ ਮੌਤ ਹਰ ਵੇਲੇ ਯਾਦ ਰਹਿਣ ਲੱਗ ਪਈ। ਪਰ ਦੂਸਰੇ ਪਾਸੇ ਡਾਕਟਰਾਂ ਤੋਂ ਅਖਵਾਇਆ ਗਿਆ ਕਿ ਪਹਾੜ ਤੇ ਜਾ ਕੇ ਰਹਿਣਾ ਮੇਰੇ ਲਈ ਬਹੁਤ ਖਤਰਨਾਕ ਹੋਵੇਗਾ। 6 ਹਫ਼ਤੇ ਕਲਕੱਤੇ ਦੇ ਨਰਸਿੰਗ ਹੋਮ ਵਿੱਚ ਰਹਿਣ ਮਗਰੋਂ ਜਦੋਂ ਮੈਂ ਘਰ ਆਇਆ ਤਾਂ ਮੇਰੀ ਅਜੀਬ ਹਾਲਤ ਸੀ। ਪਹਾੜ ਤੇ ਜਾ ਕੇ ਸਿੱਖ ਕਾਨਵੈਂਟ ਸ਼ੁਰੂ ਕਰਨ ਦਾ ਐਲਾਨ ਰਸਾਲੇ ਵਿੱਚ ਛਪ ਚੁੱਕਾ ਸੀ। ਲਾਈਫ ਮੈਂਬਰ ਬਣਨੇ ਤੇ ਉਹਨਾਂ ਵੱਲੋਂ ਪੈਸਾ ਆਉਣਾ ਸ਼ੁਰੂ ਹੋ ਗਿਆ ਸੀ। ਪਰ ਡਾਕਟਰ ਇਹ ਆਖਦੇ ਸਨ ਕਿ ਪਹਾੜ ਤੇ ਜਾਣ ਨਾਲ ਦਿਲ ਦੀ ਬਿਮਾਰੀ ਦੇ ਇਸ ਮਰੀਜ਼ ਨੂੰ ਸਗੋਂ ਖਤਰਾ ਵੱਧ ਜਾਏਗਾ। ਪਰ ਦੂਸਰੇ ਪਾਸੇ ਮੇਰੇ ਪਿਆਰੇ ਵਾਹਿਗੁਰੂ ਜੀ ਨੇ ਮੇਰੇ ਅੰਦਰ ਇਸ ਤਰ੍ਹਾਂ ਦੇ ਵਿਚਾਰ ਭੇਜੇ ਕਿ ਜੀਵਨ ਮਰਨ ਤਾਂ ਕਿਸੇ ਦੇ ਵੱਸ ਨਹੀਂ। ਮੌਤ ਨੇ ਤਾਂ ਇੱਕ ਦਿਨ ਆਉਣਾ ਹੀ ਹੈ ਨਾ। ਜੇਕਰ ਕਲਕੱਤੇ ਦੀ ਬਜਾਏ ਕਿਸੇ ਪਹਾੜ ਤੇ ਮੌਤ ਆਵੇ ਤਾਂ ਮੈਨੂੰ ਇਹ ਧਰਵਾਸ ਤੇ ਹੋਵੇਗਾ ਨਾ ਕਿ ਮੇਰੇ ਅੰਦਰੋਂ ਆ ਰਹੀ ਵਾਹਿਗੁਰੂ ਜੀ ਦੀ ਅਗਵਾਈ ਦੇ ਮੁਤਾਬਕ ਚੱਲਦਿਆਂ ਜਾਂ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਮੈਂ ਆਪਣਾ ਸਰੀਰ ਤਿਆਗਿਆ। ਹੁਣ ਪਿੱਛੇ ਹਟਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ। ਅਸਲ ਵਿੱਚ ਨਾ ਸਿੱਖ ਕੋਲ ਅਰਦਾਸ ਤੋਂ ਇਲਾਵਾ ਹੋਰ ਕੁਝ ਹੁੰਦਾ ਹੀ ਨਹੀਂ, ਜਿਸ ਕਰਕੇ 1957 ਦੇ ਸ਼ੁਰੂ ਵਿੱਚ ਨਿਰਮਾਣ ਅਰਦਾਸਾਂ ਦਾ ਆਸਰਾ ਲੈਂਦਿਆਂ ਹੋਇਆਂ ਕਲਕੱਤੇ ਆਪਣੇ ਘਰ ਦੇ ਮੈਂਬਰਾਂ ਨੂੰ ਆਪਣੇ ਮਨੋਰਥ ਤੋਂ ਬੇਖਬਰ ਰੱਖਦਿਆਂ ਹੋਇਆਂ ਮੈਂ ਪੰਜਾਬ ਵੱਲ ਸਫ਼ਰ ਸ਼ੁਰੂ ਕੀਤਾ। ਦਿੱਲੀ, ਅੰਬਾਲੇ, ਲੁਧਿਆਣੇ ਤੇ ਜਲੰਧਰ ਗੁਰਮਤਿ ਦੇ ਖੂਬ ਸਤਸੰਗ ਹੋਏ। ਜਲੰਧਰ ਦੇ ਸਤਸੰਗ ਮਗਰੋਂ ਜਦੋਂ ਮੈਂ ਅੰਮ੍ਰਿਤਸਰ ਪਹੁੰਚਿਆ ਤਾਂ ਉੱਥੇ ਜਲੰਧਰ ਤੋਂ ਇੱਕ ਚਿੱਠੀ ਆਈ ਜਿਸ ਵਿੱਚ ਡਗਸ਼ਈ ਪਹਾੜ ਦਾ ਨਾਮ ਅਤੇ ਇਸ ਦੀ ਸ਼ਲਾਘਾ ਲਿਖੀ ਹੋਈ ਸੀ। ਉਸ ਵੇਲੇ ਅੰਮ੍ਰਿਤਸਰ ਮੇਰੇ ਕੋਲ ਕੁਝ ਗੁਰਸਿੱਖ ਬੈਠੇ ਸਨ। ਜਦੋਂ ਮੈਂ ਉਹਨਾਂ ਨਾਲ ਇਸ ਚਿੱਠੀ ਦੇ ਬਾਰੇ ਜ਼ਿਕਰ ਕੀਤਾ ਤੇ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਕੋਈ ਡਗਸ਼ਈ ਨਾਮ ਦਾ ਪਹਾੜ ਵੀ ਹੈ, ਤਾਂ ਮੇਰੇ ਕੋਲ ਬੈਠਾ ਇੱਕ ਗੁਰਸਿੱਖ ਹੱਥ ਜੋੜ ਕੇ ਬੋਲਿਆ, ਜੀ ਮੈਂ ਡਗਸ਼ਈ ਤੋਂ ਹੀ ਆਇਆ ਤੇ ਉੱਥੇ ਹੀ ਰਹਿਣਾ।
डगशई शिमले दियां सारियां पहाड़ियां तो चंगी पहाड़ी है। मेरी उथे थोड़ी जी जमीन भी है। ये पहाड़ी अंग्रेजी हकूमत वेले सिर्फ अंग्रेजी फौजां वास्ते रिजर्व की हुई सी, पर 1947 की वंड पिछों अंग्रेज़ों के चले जाने करके ये पहाड़ी सगों गैर आबाद जई हो गई है। ये पहाड़ी कालका तो 25 मील अगे शिमले जाने वाली सड़क उत्ते है। अमृतसर तो चंडीगढ़ पहुंच के अपने लड़के नाल उसदी कार विच पिकनिक मनाउण दे बहाने मैं पहली बार डगशई पुज्या। इस पहाड़ उत्ते नालों नाल कई कोठियां लैके कानवेंट शुरू करन दे बड़े सोहने चांस सन। सो कुछ हफ्तियां मगरों डगशई विच एक कोठी किराए ते लई गई ते कलकत्ते तो गर्म कपड़े आदि मंगवा लए। इस तरह वाहिगुरू जी वल्लों डगशई वर्गे एकांत ते रमणीक स्थान ते कई साल दिन रात रहन दा मौका मिलिया। इस पहाड़ उत्ते मैनू मई 1957 तो लैके नवंबर 1961 तक हर साल तकरीबन 9 महीने रहना पिया। तकरीबन 5 साल डगशई विच गुजारे। उस समय जो सबक मैनू वाहिगुरू जी की कृपा नाल सिखाए गए उन्हां विचों मोटे लफ्जां विच कुछ इस प्रकार ने। पहली गल, एकांत थां भजन अते आत्मिक उन्नति वास्ते चंगी ते सोहनी थां है, पर एकांत विच मन उत्ते काम, क्रोध, लोभ, मोह ते हंकार नूं भी बड़े खतरनाक ते मारू हमले करन दा मौका भी चंगा मिल जाता है। नंबर 2, काम, क्रोध, हंकार आदि कदे इकल्ले सिख तो नहीं जिते जा सकते। भाव कोई सिख इकल्लियां इन्हां नूं नहीं जित सकता। ये तां केवल उदों ही जिते जा सकते हैं जदों सिख दे कोल उस दियां डाढियां निर्माण अरदासां नाल बुलाए हुए श्री वाहिगुरू जी खुद आप ना आख लोण। ज्यों-ज्यों सिमरन अभ्यास दे अंदर सिमरन अभ्यासी दी अपनी हौमै मरदी जावेगी ते हौमै दी थां ते उसनूं अपने सिर ते अपने नाल आप श्री वाहिगुरू जी अनुभव होण, त्यों-त्यों जो कुछ वाहिगुरू जी विच है उस सिमरन अभ्यासी विच प्रगट होण लग पैंदा है ते सिख दा ध्यान माड़े पासे वल जांदा ही नहीं। सिख जां सिमरन अभ्यासी आप कदे भी वाहिगुरू जी नूं नहीं मिल सकदा। उसनूं सिमरन अभ्यास ते निर्माणता भरियां अरदासां सदा ही जरूर ही जारी रखनियां चाहीदियां ने। पर वाहिगुरू जी सिमरन अभ्यासी नूं आप आके मिलदे ने ते जरूर मिलदे ने। नंबर 4, बंदगी विच भी लालच नहीं करना चाहिदा। कोशिश करनी ते अरदास करनी होर गल है ते लालच करना होर गल है। कोशिश ते अरदास नाल वाहिगुरू जी सिमरन अभ्यासी नूं अगलियां आत्मिक मंजिलां दे योग बना देंदे ने। लालच विच सिख चाहुंदा है कि मैं योग बने बिना ही उतलियां मंजिलां ते पहुंच जावां, पर असल विच तां एक सूखम गलती जां बेईमानी है ना। असल लाभ वो अभ्यासी उठाउंदा है जो सिमरन अभ्यास दे रस्ते ते ना लालच करे ते ना ही सुस्ती करे ते ना ही काली करे। शुकर शुकर करदा वाहिगुरू ते टेक रख के तुरदा ही जावे। नंबर 5, अभ्यास नूं सदा अपने आप नूं काबू विच रखना चाहिए है। भाव सिख सिमरन अभ्यास दे वेले भी पूरी तरह कंट्रोल विच होवे। जिवें ही उसनूं अभ्यास अपने काबू तो बाहर हुंदा दिसे तां कुछ चिर लई अभ्यास छड्ड देना चाहिए है। नंबर 6, सिमरन अभ्यास दे रस्ते उत्ते चलदियां सिमरन अभ्यास विच लाभ पहुंचदा है।
ਅੰਦਰੋਂ ਹਿਰਦਾ ਸ਼ੁੱਧ ਹੋਵੇ ਤੇ ਬਾਹਰੋਂ ਬਦਨਾਮੀ ਹੋਵੇ ਤਾਂ ਸਿਮਰਨ ਬੜੀ ਨਿਰਮਾਣਤਾ ਨਾਲ ਜਾਰੀ ਰਹਿੰਦਾ ਹੈ ਤੇ ਵਾਹਿਗੁਰੂ ਜੀ ਬੜੇ ਪ੍ਰਸੰਨ ਰਹਿੰਦੇ ਨੇ। ਨੰਬਰ 7, ਅਭਿਆਸ ਵਿੱਚ ਹੋਏ ਤਜਰਬਿਆਂ ਨੂੰ ਅਭਿਆਸ ਮਗਰੋਂ ਵਿਚਾਰਨਾ ਚਾਹੀਦਾ ਹੈ ਕਿ ਉਹ ਗੁਰਬਾਣੀ ਜਾਂ ਗੁਰਮਤਿ ਦੇ ਅਨੁਸਾਰ ਹਨ ਕਿ ਨਹੀਂ, ਤੇ ਜੇ ਨਾ ਹੋਣ ਤਾਂ ਕੋਸ਼ਿਸ਼ਾਂ ਦਾ ਰੂਪ ਰੁਖ ਗੁਰਬਾਣੀ ਵੱਲ ਲੈ ਜਾਣਾ ਚਾਹੀਦਾ ਹੈ, ਭਾਵ ਗੁਰਬਾਣੀ ਮੁਤਾਬਕ ਖੋਜ ਕਰਨ ਦਾ ਯਤਨ ਕਰਨਾ ਚਾਹੀਦਾ ਹੈ। 8ਵੀਂ ਗੱਲ, ਜਗਤ ਵਿੱਚ ਚੰਗੇ ਕੰਮ ਕਰਨੇ ਕੋਈ ਸੌਖੀ ਗੱਲ ਨਹੀਂ, ਸਗੋਂ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਤੇ ਕਾਫੀ ਤਕਲੀਫਾਂ ਤੇ ਮੁਸ਼ਕਲਾਂ ਮਗਰੋਂ ਇਹ ਦੁਨਿਆਵੀ ਕੰਮ ਚੰਗੇ ਕੰਮ ਰਾਸ ਹੁੰਦੇ ਨੇ। 9ਵੀਂ ਗੱਲ, ਗੁਰੂ ਕੇ ਸਿੱਖ ਨੂੰ ਚਾਹੀਦਾ ਹੈ ਕਿ ਉਹ ਸਿਮਰਨ ਵਿੱਚ ਕਦੇ ਵੀ ਰਿੱਧੀਆਂ ਸਿੱਧੀਆਂ ਜਾਂ ਆਤਮਿਕ ਤਾਕਤਾਂ ਨਾ ਮੰਗੇ ਤੇ ਨਾ ਚਾਹੇ, ਕਿਉਂਕਿ ਇਹ ਨਾ ਬਿਰਤੀ ਨੂੰ ਹੰਕਾਰੀ ਬਣਾ ਕੇ ਮਨ ਨੂੰ ਫਿਰ ਮਲੀਨ ਕਰ ਦਿੰਦੀਆਂ ਨੇ। ਮਈ 1957 ਵਿੱਚ ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਡਗਸ਼ਈ ਵਿਖੇ ਸਿੱਖ ਕਾਨਵੈਂਟ ਖੋਲ੍ਹਣ ਦੇ ਇਰਾਦੇ ਬਾਬਤ ਪਤਾ ਦਿੱਤਾ ਤਾਂ ਇਸ ਸ਼ੁਭ ਕਾਰਜ ਨੂੰ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਪਤਾਹਿਕ ਪਾਠ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਕਲਕੱਤੇ, ਦਿੱਲੀ ਤੇ ਚੰਡੀਗੜ੍ਹ ਤੋਂ ਮੇਰੀਆਂ ਤਿੰਨੇ ਲੜਕੀਆਂ ਇਸ ਸੇਵਾ ਵਿੱਚ ਹਿੱਸਾ ਲੈਣ ਲਈ ਡਗਸ਼ਈ ਪਹੁੰਚ ਗਈਆਂ ਤੇ ਅਸੀਂ ਇਕੱਠਿਆਂ ਪਾਠ ਦਾ ਭੋਗ ਪਾਇਆ। ਇੱਕ ਹਫ਼ਤੇ ਮਗਰੋਂ ਸਭ ਨੇ ਵਾਪਸ ਆਪਣੇ ਘਰਾਂ ਨੂੰ ਜਾਣਾ ਹੀ ਸੀ। ਸੋ ਇੱਕ ਹਫ਼ਤੇ ਬਾਅਦ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇੱਕ ਗੈਰ ਆਬਾਦ ਤੇ ਸੁਨਸਾਨ ਪਹਾੜ ਉੱਤੇ ਉੱਥੋਂ ਦੇ ਇੱਕ ਪਹਾੜੀ ਬਾਵਰਚੀ ਲਾਂਗਰੀ ਸਮੇਤ ਰਹਿਣਾ ਸ਼ੁਰੂ ਕੀਤਾ। ਕਈ ਦਿਨ ਕੋਈ ਹੋਰ ਆਦਮੀ ਮੱਥੇ ਹੀ ਨਹੀਂ ਸੀ ਲੱਗਦਾ। ਸ਼ਾਮ ਵੇਲੇ ਲਾਂਗਰੀ ਖਾਣਾ ਖਵਾ ਕੇ ਤੇ ਕੋਠੀ ਦੇ ਸਭ ਦਰਵਾਜ਼ੇ ਬੰਦ ਕਰਕੇ ਕੋਠੀ ਦੇ ਦੂਸਰੇ ਸਿਰੇ ਦੇ ਕਮਰੇ ਵਿੱਚ ਸੌਣ ਚਲਾ ਜਾਂਦਾ ਸੀ ਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਦੇ ਕਮਰੇ ਵਿੱਚ ਜਿੱਥੇ ਆਪਣੀ ਰਿਹਾਇਸ਼ ਰੱਖੀ ਹੋਈ ਸੀ ਉੱਥੇ ਦਾਖਲ ਹੋ ਜਾਂਦਾ ਸਾਂ। ਇਸ ਤਰ੍ਹਾਂ ਦਿਨ, ਹਫ਼ਤੇ ਤੇ ਮਹੀਨੇ ਬੀਤਦੇ ਗਏ। ਇੱਥੇ ਸਿਮਰਨ ਵਿੱਚ ਅਨਹਦ ਸ਼ਬਦ ਜੋ ਇੱਥੇ ਆਉਣ ਤੋਂ ਪਹਿਲਾਂ ਵੀ ਮੈਂ ਕਈ ਵਾਰ ਸੁਣਦਾ ਸਾਂ, ਹੁਣ ਸਗੋਂ ਲਗਾਤਾਰ ਤੇ ਸਪਸ਼ਟ ਤੌਰ ਤੇ ਸੁਣਨ ਦਾ ਮੈਨੂੰ ਬੜਾ ਸੁਭਾਗ ਮਿਲਿਆ। ਕਈ ਵਾਰ ਐਸਾ ਵੀ ਹੁੰਦਾ ਸੀ ਕਿ ਰਾਤ ਨੂੰ ਅਨਹਦ ਸ਼ਬਦ ਸੁਣਦਾ ਸੁਣਦਾ ਮੈਂ ਸੌਂ ਜਾਂਦਾ ਤੇ ਜਦੋਂ ਜਾਗ ਖੁੱਲ੍ਹਦੀ ਤਾਂ ਸਭ ਤੋਂ ਪਹਿਲਾਂ ਫਿਰ ਅਨਹਦ ਸ਼ਬਦ ਹੀ ਸੁਣਾਈ ਦਿੰਦੇ। ਜਾਗ ਖੁੱਲਣ ਮਗਰੋਂ ਕਿੰਨਾ ਚਿਰ ਅਨਹਦ ਸ਼ਬਦ ਸੁਣਦੇ ਸੁਣਦੇ ਗੁਜ਼ਰ ਜਾਣਾ ਤੇ ਪਤਾ ਹੀ ਨਾ ਲੱਗਣਾ ਕਿ ਫਿਰ ਨੀਂਦ ਆ ਗਈ ਹੈ ਤੇ ਜਦੋਂ ਫਿਰ ਜਾਗ ਖੁੱਲਣੀ ਤਾਂ ਅਨਹਦ ਸ਼ਬਦ ਸੁਣਾਈ ਦੇਣ ਲੱਗ ਪੈਣੇ। ਮੈਨੂੰ ਅੱਗੇ ਵੀ ਇਹ ਪਤਾ ਸੀ ਕਿ ਅਨਹਦ ਸ਼ਬਦ ਸਿਮਰਨ ਅਭਿਆਸੀ ਦੇ ਰਸਤੇ ਵਿੱਚ ਇੱਕ ਚੰਗੀ ਨਿਸ਼ਾਨੀ ਹੈ, ਇੱਕ ਚੰਗਾ ਟਿਕਾਣਾ ਹੈ, ਪਰ ਸਿਮਰਨ ਅਭਿਆਸ ਦਾ ਅੰਤ ਨਹੀਂ। ਸਿਮਰਨ ਦਾ ਆਦਰਸ਼ ਤਾਂ ਵਾਹਿਗੁਰੂ ਜੀ ਦੀ ਪ੍ਰਾਪਤੀ ਹੈ। ਇਸ ਲਈ ਹੁਣ ਜਦੋਂ ਦਿਨ ਰਾਤ ਜਦੋਂ ਜੀ ਕਰੇ ਮੈਂ ਅਨਹਦ ਸ਼ਬਦ ਸੁਣ ਕੇ ਅੰਦਰੋਂ ਵਾਹਿਗੁਰੂ ਜੀ ਦੀ ਕਿਰਪਾਲਤਾ ਭਰਨੀ ਪ੍ਰੇਰਨਾ ਅਨੁਸਾਰ ਮੈਨੂੰ ਹੌਲੀ ਉਸ ਥਾਂ ਤੇ ਲਿਜਾਇਆ ਗਿਆ ਜਿਸ ਅਵਸਥਾ ਦਾ ਜ਼ਿਕਰ ਮੈਂ ਇਸ ਲੇਖ ਦੇ ਸ਼ੁਰੂ ਵਿੱਚ ਕਰ ਰਿਹਾ ਸਾਂ। ਆਪਣੇ ਮਨ ਜਾਂ ਹਉਮੈ ਨੂੰ ਆਪਣੀ ਸੁਰਤੀ ਵਿੱਚੋਂ ਕੱਢ ਕੇ ਮਨ ਦੇ ਪਿੱਛੇ ਆਪਣੇ ਅਸਲ ਆਪੇ ਜਾਂ ਮੂਲ ਦੇ ਅਨੁਭਵ ਵਿੱਚ ਪਹਿਲੋਂ ਸਾਖਿਆਤ ਦਰਸ਼ਨ, ਫਿਰ ਹੌਲੀ ਉਸ ਆਪੇ ਵਿੱਚ ਚੁੱਭੀ ਲਾ ਕੇ ਆਪਣੇ ਆਪ ਨੂੰ ਅਲੇਪ ਕਰਕੇ ਜੋ ਕੁਝ ਬਾਕੀ ਪਿੱਛੇ ਰਹਿ ਜਾਵੇ ਉਸ ਨੂੰ ਅਨੁਭਵ ਕਰਨ ਦਾ ਅਭਿਆਸ ਵੀ ਇੱਕ ਬੜੀ ਦਿਲਚਸਪ ਹਾਲਤ ਸੀ। ਇਸ ਹਾਲਤ ਵਿੱਚ ਮਨ ਤੇ ਮਨ ਦੀ ਰਚੀ ਜਗਤ ਰਚਨਾ
ਕਿਤੇ ਨੀਵੀਂ ਰਹਿ ਜਾਂਦੀ ਸੀ ਤੇ ਕਈ ਵਾਰ ਐਸਾ ਪ੍ਰਤੀਤ ਹੁੰਦਾ ਸੀ ਕਿ ਜਗਤ ਰਚਨਾ ਤੇ ਕਦੇ ਹੋਈ ਹੀ ਨਹੀਂ। ਅਸਲ ਵਿੱਚ ਇਸ ਅਵਸਥਾ ਵਿੱਚ ਮਨ ਦੇਸ਼, ਕਾਲ, ਕਾਰਨ ਤੇ ਜਗਤ ਰਚਨਾ ਕੁਝ ਵੀ ਨਹੀਂ ਰਹਿੰਦਾ ਤੇ ਕੇਵਲ ਆਪਣੇ ਆਪੇ ਵਿੱਚ ਅਭੇਦ ਹੋ ਕੇ ਇੱਕ ਆਨੰਦ ਤੇ ਵਿਸਮਾਦ ਦੀ ਅਵਸਥਾ ਰਹਿ ਜਾਂਦੀ ਹੈ। ਇਸ ਤੋਂ ਅੱਗੇ ਆਨੰਦ ਤੇ ਖਿਆਲ ਨੂੰ ਵੀ ਸੁਰਤੀ ਵਿੱਚੋਂ ਪਰੇ ਹਟਾ ਕੇ ਉਹ ਜਿਸ ਨੂੰ ਆਨੰਦ ਆਉਂਦਾ ਸੀ ਉਹ ਹੀ ਹੋ ਜਾਣ ਦੀ ਅਵਸਥਾ ਆਈ। ਇਸ ਅਵਸਥਾ ਵਿੱਚ ਅਨਹਦ ਸ਼ਬਦ ਵੀ ਸੁਣਨੇ ਬੰਦ ਹੋ ਗਏ। ਭਾਵੇਂ ਇਸ ਸੰਬੰਧ ਵਿੱਚ, ਇਸ ਅਵਸਥਾ ਦੇ ਬਾਰੇ ਵਿੱਚ ਪੁਸਤਕ ਸਿਮਰਨ ਮਹਿਮਾ ਵਿੱਚ ਆਪੇ ਆਪ ਦੇ ਸਿਰਲੇਖ ਹੇਠਾਂ ਛਪਾਇਆ ਜਾ ਚੁੱਕਾ ਹੈ। ਖੈਰ, ਇਸ ਤੋਂ ਅੱਗੇ ਅਭਿਆਸ ਵਿੱਚ ਕਈ ਵਾਰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਮੈਂ ਤੇ ਮੇਰਾ ਆਪਣਾ ਆਪਾ ਜਾਂ ਮੂਲ, ਅਸੀਂ ਤੇ ਕਦੇ ਸਰੀਰ ਵਿੱਚ ਆਏ ਹੀ ਨਹੀਂ, ਰਹੇ ਹੀ ਨਹੀਂ। ਅਸੀਂ ਤੇ ਹਮੇਸ਼ਾ ਸਰੀਰ ਤੋਂ ਬਾਹਰ ਤੇ ਸਰੀਰ ਤੋਂ ਅਲੱਗ ਹੀ ਰਹੇ ਹਾਂ। ਸਗੋਂ ਸਰੀਰ ਵਿੱਚ ਤੇ ਸਾਡਾ ਪਰਛਾਵਾਂ ਜਾਂ ਰਿਫਲੈਕਸ਼ਨ ਹੀ ਆਉਂਦਾ ਸੀ ਤੇ ਉਸ ਦੇ ਪ੍ਰਤਾਪ ਨਾਲ ਸਰੀਰਕ ਜੀਵਨ ਆਰੰਭ ਹੋ ਜਾਂਦਾ ਸੀ। ਸਰੀਰਕ ਜੀਵਨ ਦੇ ਅੰਤ ਵਿੱਚ ਸਾਡਾ ਪਰਛਾਵਾਂ ਜਾਂ ਸਾਡਾ ਅਕਸ, ਰਿਫਲੈਕਸ਼ਨ ਅੰਤਰਮੁਖੀ ਹੋ ਕੇ ਸਾਡੇ ਵਿੱਚ ਹੀ ਸਮਾ ਜਾਂਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੌਥੇ ਪਦ ਮੈਂ ਜਨ ਕੀ ਜਿੰਦ ਆਦਿਕ ਦਾ ਸ਼ਾਇਦ ਕੁਝ ਇਹੋ ਜਿਹਾ ਹੀ ਅਰਥ ਹੋਵੇਗਾ। ਸੋ ਪਿਆਰੇ ਵੀਰੋ, ਇਹ ਸਾਰਾ ਕੁਝ ਕੇਵਲ ਸਿਮਰਨ ਅਭਿਆਸ ਦੇ ਦੌਰਾਨ ਸ੍ਰੀ ਵਾਹਿਗੁਰੂ ਜੀ ਵੱਲੋਂ ਕਰਵਾਇਆ ਗਿਆ ਮੇਰਾ ਤਜਰਬਾ ਹੈ। ਮੈਂ ਅਜੇ ਵੀ ਹਰ ਵੇਲੇ ਇਸ ਅਭਿਆਸ ਵਿੱਚ ਰਹਿ ਕੇ ਕੀਤੇ ਗਏ ਉੱਚੇ ਤਜਰਬਿਆਂ ਦੇ ਨਾਲ ਨਹੀਂ ਰਹਿ ਸਕਦਾ। ਕਈ ਵਾਰ ਮੇਰੀ ਸੁਰਤੀ ਅਜੇ ਵੀ ਮੁੜ ਪੁਰਾਣੇ, ਸ਼ਾਇਦ ਕਈ ਸਦੀਆਂ ਦੇ ਪੁਰਾਣੇ ਮਨ ਦੇ ਨਿਸ਼ਚਿਆਂ ਤੇ ਭੁਲੇਖਿਆਂ ਦੀ ਤਲਖ ਤੇ ਪੁਰਾਣੀ ਦੁਨੀਆ ਵਿੱਚ ਆਣ ਡਿੱਗਦੀ ਹੈ। ਪਰ ਸ਼ੁਕਰ ਹੈ ਕਿ ਮੇਰਾ ਮੂਲ, ਮੇਰਾ ਵਾਹਿਗੁਰੂ ਸਦਾ ਅੰਗ ਸੰਗ ਤੇ ਸਮਰੱਥ ਹੋਣ ਕਰਕੇ ਮੇਰੀ ਡਿੱਗੀ ਹੋਈ ਸੁਰਤੀ ਨੂੰ ਨਾਮ ਜਪਾ ਕੇ ਮੁੜ ਆਪਣੇ ਚਰਨਾਂ ਵਿੱਚ ਲੈ ਜਾਂਦਾ ਹੈ। ਪਤਾ ਨਹੀਂ